ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ। ਮੁੱਖ ਵਾਕ ਦੇ ਅੱਖਰੀ ਵਿਚਾਰ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ। ਗੁਰੂ ਨਾਨਕ ਦੀ ਪੰਜਵੀਂ ਜੋਤ, ਪੰਜਵਾਂ ਜਾਮਾ, ਪੰਚਮ ਪਾਤਸ਼ਾਹ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਥ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪਹਿਲੇ ਸਿੱਖ ਸ਼ਹੀਦ ਗੁਰੂ। ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਜੈਤ ਸਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਅੰਗ 709 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਰੂਪ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ, ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ। ਸਾਧ ਸੰਗਤ ਜੀ, ਇਹ ਜੈਤਸਰੀ ਕੀ ਵਾਰ, ਤਿਸ ਦੇ ਅੰਦਰ ਇਹ ਸਲੋਕ, ਇਹ ਪੌੜੀ ਜਿਹੜੀ 17ਵੀਂ ਪੌੜੀ ਹੈ, ਜੋ ਅੱਜ ਮੇਰੇ ਬਾਦਸ਼ਾਹ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਸਲੋਕ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਸਲੋਕ ਉਚਾਰਨ ਕਰਦੇ ਨੇ ਪਾਤਸ਼ਾਹ। ਸੰਤ ਉਦਰਨ ਦਇਆਲੰ ਆਸਰੰ, ਗੋਪਾਲ ਕੀਰਤਨ ਹੈ। ਸੰਤ ਉਦਰਨ ਦਇਆਲੰ ਆਸਰੰਗ, ਗੋਪਾਲ ਕੀਰਤਨ ਹੈ। ਗੋਪਾਲ ਕੌਣ? ਸਾਧ ਸੰਗਤ ਜੀ, ਪ੍ਰਭੂ ਜਗਤ ਦਾ ਪਾਲਕ, ਜਗਤ ਨੂੰ ਪਾਲਣਹਾਰਾ। ਸੰਤ ਜਿਸ ਨੇ ਮਨ ਨੂੰ ਸੰਤੁਸ਼ਟ ਕਰ ਲਿਆ ਹੈ, ਮਨ ਨੂੰ ਵਸ ਕਰ ਲਿਆ ਹੈ। ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਪਹਿਲੀ ਪੰਕਤੀ ਦੇ ਅੰਦਰ, ਸੰਤ ਉਦਰਨ, ਸੰਤਾਂ ਨੂੰ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ। ਵਿਕਾਰ ਕਿਹੜੇ ਨੇ ਸਾਧ ਸੰਗਤ ਜੀ? ਲੋਭ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਕਮਾਦਿਕ ਵਿਕਾਰ ਜੀਵ ਨੂੰ, ਮਨੁੱਖ ਨੂੰ ਚੰਬੜੇ ਹੋਏ ਹਨ।
ਸੰਤਾਂ ਨੂੰ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ ਦਇਆਲੰ ਦਇਆਲ ਪ੍ਰਭੂ ਆਸਰੰਗ ਗੋਪਾਲ ਕੀਰਤਨ ਹੈ। ਜਿਨ੍ਹਾਂ ਨੂੰ ਗੋਪਾਲ ਦੇ ਕੀਰਤਨ ਦਾ ਆਸਰਾ ਹੈ, ਸਹਾਰਾ ਹੈ, ਜਾਂ ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲਿਆ। ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ। ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ। ਵੇਖੋ ਸਾਧ ਸੰਗਤ ਜੀ, ਜਨਮ ਮਰਨ ਕਾ, ਜਿਨ੍ਹਾਂ ਨੇ ਆਪਣੇ ਜੀਵਨ ਦਾ ਸਹਾਰਾ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਬਣਾ ਲਿਆ, ਉਸ ਦੀ ਭਜਨ ਬੰਦਗੀ ਸਿਫਤ ਸਲਾਹ ਕਥਾ ਕੀਰਤਨ ਨੂੰ ਬਣਾ ਲਿਆ ਸਾਧ ਸੰਗਤ ਜੀ, ਗੋਪਾਲ ਦੇ ਕੀਰਤਨ ਨੂੰ। ਤੇ ਉਹਨਾਂ ਨੂੰ ਫਿਰ ਕੀ ਹੁੰਦਾ ਏ? ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ। ਜਨਮ ਅਤੇ ਮਰਨ ਭਾਵ 84 ਤੋਂ ਮੁਕਤ ਹੋ ਜਾਂਦੇ ਨੇ, ਇਹ ਜੂਨਾਂ ਤੋਂ ਮੁਕਤ ਹੋ ਜਾਂਦੇ ਨੇ। ਇਹ ਜਿਹੜਾ ਡਰ ਭਰਮ ਉਹਨਾਂ ਦਾ ਉਹ ਚਲਾ ਜਾਂਦਾ ਹੈ। ਭਾਉ ਭਗਤ ਗੋਪਾਲ, ਕਿੰਦੀ ਭਗਤੀ ਕੀਤਿਆਂ? ਗੋਪਾਲ ਦੀ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ। ਮਾਇਆ ਸਿਲਕ ਕਾਟੀ ਗੋਪਾਲ, ਪ੍ਰਭੂ ਨੇ ਮਾਇਆ ਦੀ ਸਿਲਕ ਕੱਟ ਦਿੱਤੀ। 8 ਪਹਿਰ ਧਿਆਈਏ ਗੋਪਾਲ। ਧਿਆਉਣਾ ਕਿੰਨਾ ਸਮਾਂ ਹੈ? ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ, ਜਗਤ ਦੇ ਪਾਲਣਹਾਰ ਪ੍ਰਭੂ ਨੂੰ 8 ਪਹਿਰ, 8 ਪਹਿਰ ਗੋਪਾਲ ਦਾ ਸਿਮਰਨ ਕਰਨਾ ਚਾਹੀਦਾ ਹੈ। ਉਸ ਨੂੰ ਧਿਆਣਾ ਚਾਹੀਦਾ ਹੈ, ਉਸ ਦੀ ਭਜਨ ਬੰਦਗੀ ਸਿਫਤ ਸਲਾਹ ਕਰਨਾ ਚਾਹੀਦਾ ਹੈ। ਸਗਲੇ ਜੰਤ ਭਜੋ ਗੋਪਾਲ, ਸਗਲੇ ਤੋਂ ਭਾਵ ਸਾਰੇ ਜੰਤ ਜਿਤਨੇ ਵੀ ਸੰਸਾਰ ਦੇ ਉੱਪਰ, ਇਸ ਪ੍ਰਿਥਵੀ ਦੇ ਉੱਪਰ, ਸ੍ਰਿਸ਼ਟੀ ਦੇ ਉੱਪਰ ਜੀਵ ਜੰਤ ਹਨ, ਜਿਤਨੀਆਂ ਵੀ ਪ੍ਰਜਾਤੀਆਂ ਨੇ, ਭਜੋ ਗੋਪਾਲ, ਉਹ ਭਜਨ ਕਰੋ ਕਿੰਦਾ? ਗੋਪਾਲ ਦਾ, ਇਸ ਸ੍ਰਿਸ਼ਟੀ ਨੂੰ ਪਾਲਣ ਵਾਲੇ ਦਾ, ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਦਾ। ਰਹੋ ਵਿਚਾਰ ਆਪਾਂ ਅਗਲੀ ਪੰਕਤੀ ਦੇ ਨਾਲ ਜੁੜੀਏ। ਨਿਰਮਲੰ ਸੰਤ ਸੰਗੇਨ ਹੋਟ ਨਾਨਕ ਪਰਮੇਸ਼ਰ ਹੈ। ਨਿਰਮਲੰ ਸੰਤ ਸੰਗੇਨ ਹੋਟ ਨਾਨਕ ਪਰਮੇਸ਼ਰ ਹੈ। ਨਿਰਮਲੰ ਸੰਤ ਸੰਗੇਨ ਤੋਂ ਭਾਵ ਉਹਨਾਂ ਸੰਤਾਂ ਦੀ ਸੰਗਤ ਕੀਤੇ ਆ। ਸੰਗੇਨ ਭਾਵ ਸੰਗ ਕਰਨਾ, ਸੰਗਤ ਕਰਨੀ। ਨਿਰਮਲੰ ਸੰਤ ਸੰਗੇਨ, ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ ਹੈ। ਵੇਖੋ ਸਾਧ ਸੰਗਤ ਜੀ, ਆਮ ਤੌਰ 'ਤੇ ਆਪਾਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਰਹਿਣ ਵਾਲੀ ਸੰਗਤ ਹੈ ਜੋ ਗੁਰੂ ਦੀ ਗੋਦ ਦਾ ਨਿੱਘ ਮਾਣ ਰਹੀ। ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ। ਆਮ ਤੌਰ 'ਤੇ ਇੱਕ ਨਾ ਕਹਾਵਤ ਪ੍ਰਚਲਿਤ ਹੈ ਪਿੰਡਾਂ ਦੇ ਵਿੱਚ, ਜੈਸੀ ਸੰਗਤ ਤੈਸੀ ਰੰਗਤ। ਇਹ ਆਮ ਤੌਰ 'ਤੇ ਪੁਰਾਣੀਆਂ ਮਾਈਆਂ ਬਜ਼ੁਰਗ ਆਮ ਤੌਰ 'ਤੇ ਕਹਿ ਦਿੰਦੇ ਹੁੰਦੇ ਸੀ। ਜਦੋਂ ਕਿਸੇ ਦਾ ਧੀ ਪੁੱਤਰ ਕੋਈ ਗਲਤ ਕੰਮ ਕਰਦਾ ਸੀ ਤਾਂ ਕਹਿੰਦੇ ਸੀ ਜੈਸੀ ਸੰਗਤ ਤੈਸੀ ਰੰਗਤ, ਭਾਵ ਜਿਹੋ ਜਿਹੀ ਸੰਗਤ ਦੇ ਵਿੱਚ ਧੀ ਪੁੱਤ ਪਿਆ ਹੋਇਆ ਏ ਉਹਨੂੰ ਉਹੋ ਜਿਹਾ ਰੰਗ ਚੜ੍ਹਦਾ ਏ। ਜੇ ਉਹ ਮਾੜੀ ਸੰਗਤ ਦੇ ਵਿੱਚ ਤਾਂ ਡੈਫੀਨੇਟਲੀ ਸਾਧ ਸੰਗਤ ਜੀ ਕੋਈ ਰੋਕ ਨਹੀਂ ਸਕਦਾ ਉਸ ਨੂੰ। ਜਿਸ ਤਰ੍ਹਾਂ ਦੀ ਮਨੁੱਖ ਸੰਗਤ ਕਰਦਾ ਉਸੇ ਤਰ੍ਹਾਂ ਦੇ ਉਹ ਕਰਮ ਕਰਦਾ ਹੈ। ਭਾਵ ਜੇ ਉਹ ਮਾੜੀ ਸੰਗਤ ਦੇ ਵਿੱਚ ਆ ਤਾਂ ਉਹ ਫਿਰ ਮਾੜੀ ਸੰਗਤ ਦਾ ਅਸਰ ਉਸ ਜੀਵ 'ਤੇ, ਉਸ ਮਨੁੱਖ 'ਤੇ ਹੁੰਦਾ, ਫਿਰ ਉਹ ਮਾੜੇ ਕਰਮ ਕਰਦਾ ਹੈ। ਜੇ ਉਹ ਚੰਗੀ ਸੰਗਤ ਕਰੇਗਾ, ਚੰਗੇ ਲੋਕਾਂ ਦੇ ਨਾਲ ਰਹੇਗਾ, ਵਿਚਰੇਗਾ, ਤਾਂ ਉਹਦਾ ਜਿਹੜਾ ਜੀਵਨ ਆ ਉਹ ਚੰਗਾ ਬਤੀਤ ਹੋਵੇਗਾ, ਉਹ ਚੰਗੇ ਕੰਮ ਕਰੇਗਾ। ਦੂਸਰੀ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਨਿਰਮਲੰਗ ਸੰਤ ਸੰਗੇਨ। ਹੁਣ ਸੰਤਾਂ ਦੀ ਸੰਗਤ ਕੀਤਿਆਂ ਸਾਧ ਸੰਗਤ ਜੀ ਡੈਫੀਨੇਟਲੀ ਫਿਰ ਬੰਦਾ ਸੰਤ ਹੀ ਬਣੇਗਾ ਨਾ। ਜੇ ਚੋਰਾ ਡਾਕੂਆਂ ਦੀ ਸੰਗਤ ਕਰੇਗਾ ਤਾਂ ਫਿਰ ਚੋਰ ਡਾਕੂ ਬਣੇਗਾ। ਹੁਣ ਪਾਤਸ਼ਾਹ ਕਹਿ ਰਹੇ ਨੇ ਕਿ ਭਾਈ ਨਿਰਮਲੰਗ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ। ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ ਹੈ। ਹੇ ਨਾਨਕ, ਤੂੰ ਵੀ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ। ਆਪਾਂ ਉੱਪਰ ਵਾਲੀ ਪੰਕਤੀ ਦੇ ਵਿੱਚ ਸੰਤ ਦੀ ਪਰਿਭਾਸ਼ਾ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਕਿਹੜੀਆਂ ਰੂਹਾਂ ਸੰਤ ਰੂਪ ਨੇ। ਸੰਤ ਵੀ ਸਾਧ ਸੰਗਤ ਜੀ ਕਿਸੇ ਹੋਰ ਪ੍ਰਿਥਵੀ ਤੋਂ, ਹੋਰ ਗ੍ਰਹਿ ਤੋਂ, ਹੋਰ ਰੱਬ ਤੋਂ ਨਹੀਂ ਆਉਂਦੇ। ਉਹ ਵੀ ਮਨੁੱਖੀ ਜਾਮੇ ਦੇ ਵਿੱਚ ਹੁੰਦੇ ਨੇ, ਸਰਗੁਣ ਤੇ ਨਿਰਗੁਣ ਰੂਪ ਹੁੰਦੇ ਨੇ। ਜਦੋਂ ਪਾਤਸ਼ਾਹ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋ ਜਾਂਦੀ ਫਿਰ ਉਹਨਾਂ ਦੀ ਬਿਰਤੀ ਆ ਜਿਹੜੀ ਉਹ ਸੰਤ ਰੂਪ ਹੋ ਜਾਂਦੀ ਹੈ।
ਭਾਵ ਨਾਮ ਜਪ ਜਪ ਕੇ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੇ ਨੇ, ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ ਉਸ ਦੀ ਭਜਨ ਬੰਦਗੀ ਸਿਫਤ ਸਲਾਹ ਕਰਕੇ। ਤੇ ਹੁਣ ਫਿਰ ਜਦੋਂ ਆਪਾਂ ਉਹਨਾਂ ਦੀ ਸੰਗਤ ਕਰਾਂਗੇ ਤਾਂ ਆਪਾਂ ਵੀ ਪਵਿੱਤਰ ਹੋ ਜਾਵਾਂਗੇ। ਤੇ ਹੁਣ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ, ਉਹਨਾਂ ਦੀ ਸੰਗਤ ਕਰਕੇ ਕਰਨਾ ਕੀ ਹੈ? ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਓਟ ਨਾਨਕ ਪਰਮੇਸ਼ਰ ਹੈ, ਪਰਮੇਸ਼ਰ ਦਾ ਪੱਲਾ ਫੜਨਾ। ਗੁਰਮੁਖਾਂ ਦੀ ਸੰਗਤ ਆਪ ਕਰ ਰਹੇ ਹੋ, ਵੱਡੇ ਭਾਗਾਂ ਵਾਲੇ ਹੋ, ਪਾਤਸ਼ਾਹ ਦੀ ਗੋਦ ਦਾ ਨਿੱਘ ਮਾਣ ਰਹੇ ਹੋ। ਇਹ ਸਾਰੀਆਂ ਪਿਆਰ ਵਾਲੀਆਂ ਰੂਹਾਂ ਬੈਠੀਆਂ ਨੇ, ਜੋ ਵੀ ਆਪਣੇ ਆਸੇ ਪਾਸੇ ਬੈਠੀਆਂ ਹੋਈਆਂ ਨੇ, ਇਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ, ਭਾਵ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗ। ਨਿਤ ਨੇਮ ਕਰ ਬਾਣੀ ਦਾ, ਕਥਾ ਕੀਰਤਨ ਸਰਵਣ ਕਰ, ਦਰਸ਼ਨ ਦਿਦਾਰੇ ਕਰ ਪਾਤਸ਼ਾਹ ਦੇ। ਇਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਫਿਰ ਪਵਿੱਤਰ ਹੋ ਜਾਈਦਾ ਤੇ ਪਰਮੇਸ਼ਰ ਦਾ ਪੱਲਾ ਫੜ ਅਜਿਹੇ ਗੁਰਮੁਖਾਂ ਦੀ ਸੰਗਤ ਕਰਕੇ। ਚੰਦਨ ਚਾਂਦਨ ਸਰਦ ਰੁੱਤ, ਮੂਲ ਨ ਮਿਟਾਈ ਕਾਮ। ਚੰਦਨ ਚਾਂਦਨ ਸਰਦ ਰੁੱਤ, ਮੂਲ ਨ ਮਿਟਾਈ ਕਾਮ। ਸਰਦ ਰੁੱਤ ਕਹਿੰਦੇ ਨੇ ਠੰਡੀ ਰੁੱਤ ਨੂੰ। ਕਾਮ ਮਨ ਦੀ ਤਪਸ਼, ਮਨ ਦੀ ਸ਼ਾਂਤੀ। ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਇਸ ਪੰਕਤੀ ਦੇ ਅੰਦਰ, ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ, ਭਾਵੇਂ ਚੰਦਰਮਾ ਦੀ ਚਾਨਣੀ ਹੋਵੇ ਤੇ ਭਾਵੇਂ ਠੰਡੀ ਰਾਤ ਹੋਵੇ, ਇਹਨਾਂ ਦੇ ਰਾਹੀਂ ਮਨ ਦੀ ਤਪਸ਼ ਉੱਕਾ ਨਹੀਂ ਮਿਟ ਸਕਦੀ। ਮਿਟਾਈ ਤੋਂ ਭਾਵ ਖਤਮ ਹੁੰਦੀ। ਮਨ ਦੀ ਤਪਸ਼ ਉੱਕਾ ਨਹੀਂ ਮਿਟ ਸਕਦੀ, ਕਹਿਣ ਤੋਂ ਭਾਵ ਸਾਧ ਸੰਗਤ ਜੀ ਦੁਨਿਆਵੀ ਠੰਡਕ ਦੇ ਨਾਲ ਇਹ ਦੁਨੀਆ ਦੀ ਠੰਡਕ ਹੈ। ਚੰਦਨ ਵੀ ਦੁਨਿਆਵੀ ਤੌਰ ਤੇ ਸਰੀਰ ਨੂੰ ਠੰਡਕ ਦਿੰਦਾ ਹੈ, ਬਾਹਰਲੀ ਬਾਡੀ ਨੂੰ। ਚੰਦਰਮਾ ਦੀ ਚਾਨਣੀ ਹੋਵੇ ਭਾਵ ਠੰਡੀ ਰਾਤ ਹੋਵੇ, ਉਹ ਵੀ ਸਰੀਰ ਦਾ ਟੈਂਪਰੇਚਰ ਘੱਟ ਕਰਦੀ ਹੈ। ਤੇ ਭਾਵੇਂ ਠੰਡੀ ਰੁੱਤ ਹੋਵੇ, ਪੋਹ ਮਾਘ ਦੀਆਂ ਰਾਤਾਂ ਹੋਣ, ਇਹਨਾਂ ਦੇ ਨਾਲ ਮਨ ਦੀ ਤਪਸ਼ ਉੱਕਾ ਨਹੀਂ ਮਿਟਦੀ। ਮਨ ਦੀ ਤਪਸ਼ ਉੱਕਾ ਨਹੀਂ ਮਿਟਦੀ ਸਾਧ ਸੰਗਤ ਜੀ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਧੁਰ ਲਿਖਿਆ ਸੋ ਮਿਟੇ ਨਾ ਮਟਈਆ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜਿਸ ਤੇ ਕਿਰਪਾ ਕਰ ਦਿੱਤੀ ਹੈ ਸਤਿਗੁਰੂ ਨੇ, ਉਹ ਕੰਚਨ ਹੋ ਜਾਂਦਾ। ਜੋ ਧੁਰ ਲਿਖਿਆ ਸੋ ਮਿਟੇ ਨਾ ਮਟਈਆ। ਜੋ ਧੁਰ ਦਰਗਾਹੋ ਅਕਾਲ ਪੁਰਖ ਵਾਹਿਗੁਰੂ ਨੇ ਲਿਖ ਦਿੱਤਾ, ਉਹ ਮਿਟਾਇਆ ਨਹੀਂ ਮਿਟਦਾ। ਤਾਂ ਫਿਰ ਮੇਰੇ ਪਾਤਸ਼ਾਹ ਨੂੰ ਪੁੱਛੀਏ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਮਹਾਰਾਜ, ਜੇ ਦੁਨਿਆਵੀ ਤੌਰ ਤੇ ਮਨ ਦੀ ਤਪਸ਼ ਮਿਟ ਨਹੀਂ ਸਕਦੀ ਠੰਡੀਆਂ ਚੀਜ਼ਾਂ ਦੇ ਨਾਲ, ਤਾਂ ਫਿਰ ਕੀ ਕਰਨਾ ਚਾਹੀਦਾ? ਤਾਂ ਪਾਤਸ਼ਾਹ ਨੇ ਅਗਲੀ ਪੰਕਤੀ ਦੇ ਅੰਦਰ, ਇਸੇ ਹੀ ਪਾਵਨ ਸ਼ਬਦ ਦੀ ਅਗਲੀ ਪੰਕਤੀ ਦੇ ਅੰਦਰ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਸੀਤਲ ਕਹਿੰਦੇ ਨੇ ਸ਼ਾਂਤ, ਠੰਡਾ। ਹੇ ਨਾਨਕ, ਪ੍ਰਭੂ ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ। ਹਰੀ ਦਾ ਨਾਮ ਹਰ ਕੇ ਜਨ, ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਰ ਧਿਆਵਹੁ ਸੰਤੋ ਜੀ, ਸਭ ਦੁਖ ਵਿਸਾਰਨ ਹਾਰਾ। ਜਨ ਨਾਨਕ ਜਨ ਹਰ ਕੀ ਸਰਨਾਈ, ਹਰ ਭਾਵੈ ਹਰ ਨਿਸਤਾਰੈ। ਮਨ ਤਨ ਹੋਏ ਨਿਹਾਲ, ਪਾਪਾਂ ਦਹੇ ਹਰ। ਸਾੜ ਕੇ ਸੁਆਹ ਕਰ ਦਿੰਦਾ ਹੈ, ਸਾੜ ਕੇ ਦੂਰ ਕਰ ਦਿੰਦਾ ਹੈ। ਇਹ ਮੇਰੇ ਪਾਤਸ਼ਾਹ, ਮਨ ਤਨ ਹੋਏ ਨਿਹਾਲ, ਪਾਪਾ ਦਹੇ ਹਰ। ਖਿਮ ਰਮ ਗੁਰਗਮ ਹਰਦਮ, ਜਹ ਨਮ ਨਹਿ ਜਮ ਹਰ ਕੰਠ, ਨਾਨਕ ਉਰ ਹਰੀ। ਪ੍ਰਭੂ ਦਾ ਨਾਮ ਸਿਮਰਿਆ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਕੀਤਿਆਂ, ਸਿਫਤ ਸਲਾਹ ਕੀਤਿਆਂ ਹੀ ਮਨੁੱਖ ਦਾ ਮਨ ਆ ਜਿਹੜਾ ਸ਼ਾਂਤ ਹੁੰਦਾ ਏ। ਬਾਹਰੀ ਤੌਰ ਤੇ ਸਰੀਰ ਨੂੰ ਠੰਡਾ ਕਰਨ ਦੇ ਨਾਲ ਮਨ ਦੀ ਤਪਸ਼ ਨਹੀਂ ਮਿਟਦੀ ਸਾਧ ਸੰਗਤ ਜੀ। ਪੌੜੀ ਚਰਨ ਕਮਲ ਕੀ ਓਟ, ਉਧਰੇ ਸਗਲ ਜਨ।
ਚਰਨ ਕਮਲ ਕੀ ਓਟ ਉਦਰੇ ਸਗਲ ਜਨ। ਓਟ ਕਹਿੰਦੇ ਨੇ ਆਸਰਾ, ਤੇ ਚਰਨ ਕਹਿੰਦੇ ਨੇ ਸਾਧ ਸੰਗਤ ਜੀ ਚਰਨਾਂ ਦਾ, ਪੈਰਾਂ ਦਾ। ਕਮਲ ਕਹਿੰਦੇ ਨੇ ਕੌਲ ਫੁੱਲ, ਚਰਨ ਕਮਲ ਕੌਲ ਫੁੱਲਾਂ ਵਰਗੇ ਚਰਨ। ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੀ ਤਪਸ਼ ਤੋਂ ਬਚੇ ਹੋਏ ਹਨ। ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸੰਸਾਰੀ ਤੌਰ 'ਤੇ ਜਿਤਨੇ ਵੀ ਜੀਵ ਨੇ ਉਹ ਦੁਨੀਆ ਦੀ ਤਪਸ਼ ਤੋਂ ਬਚੇ ਹੋਏ ਹਨ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ। ਪ੍ਰਤਾਪ ਕਹਿੰਦੇ ਨੇ ਵਡਿਆਈ ਨੂੰ, ਪ੍ਰਤਾਪ ਕਹਿੰਦੇ ਨੇ ਵਡਿਆਈ ਨੂੰ, ਤੇਜ ਨੂੰ, ਸ਼ੋਭਾ ਨੂੰ, ਸ਼ਾਨ ਨੂੰ, ਮਹਾਨਤਾ ਨੂੰ। ਨਾਨਕ ਪੇਖ ਜੀਵੈ ਪ੍ਰਤਾਪ, ਨਾਨਕ ਸੋ ਪ੍ਰਭ ਜੀਆਂ ਕਾ ਦਾਤਾ, ਪੂਰਾ ਜਿਸ ਪ੍ਰਤਾਪ ਹੈ। ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿਡਰ ਹੋ ਜਾਂਦੇ ਨੇ। ਸਾਧ ਸੰਗਤ ਜੀ, ਜਿਹੜੇ ਮਨੁੱਖ ਜੀਵ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ, ਸਿਫਤ ਸਲਾਹ, ਸੇਵਾ ਸਿਮਰਨ ਕਰਦੇ ਨੇ, ਜਦੋਂ ਫਿਰ ਉਹ ਪਾਤਸ਼ਾਹ ਦੀ ਮਹਿਮਾ ਸੁਣਦੇ ਨੇ ਨਾ, ਗੋਬਿੰਦ ਦਾ ਪ੍ਰਤਾਪ ਦੇਖਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਹੇ। ਪ੍ਰਕਾਸ਼ ਦੇਖ ਕੇ, ਭਜਨ ਬੰਦਗੀ ਦਾ ਪ੍ਰਤਾਪ ਦੇਖ ਕੇ ਜਮ ਦੇ ਦੂਤ ਵੀ ਛੱਡ ਕੇ ਚਲੇ ਜਾਂਦੇ ਨੇ। ਤੇ ਗੋਬਿੰਦ ਦੀ ਵਡਿਆਈ ਸੁਣ ਕੇ ਜਿਹੜੇ ਮਨੁੱਖ ਜੀਵ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਕਰਦੇ ਨੇ, ਉਹਨਾਂ ਦੇ ਮਨ ਆ ਜਿਹੜੇ ਉਹ ਨਿਡਰ ਹੋ ਜਾਂਦੇ ਨੇ। ਟੋਟ ਨ ਆਵੈ ਮੂਲ ਸੰਚਿਆ ਨਾਮ ਧਨ। ਟੋਟ ਨ ਆਵੈ ਮੂਲ ਸੰਚਿਆ ਨਾਮ ਧਨ। ਟੋਟ ਕਹਿੰਦੇ ਨੇ ਕਮੀ ਘਾਟਾ, ਨਾ ਮੂਲ ਕਦੇ ਵੀ ਨਹੀਂ ਸੰਚਿਆ ਇਕੱਠਾ ਕੀਤਾ। ਉਹ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿੱਚ ਕਦੇ ਘਾਟਾ ਨਹੀਂ ਪੈਂਦਾ। ਉਹ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਨੇ ਤੇ ਉਸ ਨਾਮ ਧਨ ਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ। ਨਾਨਕ ਨਾਮ ਨਾਮ ਜਪ ਜਪਿਆ, ਅੰਤਰ ਬਾਹਰ ਰੰਗ, ਐਸਾ ਨਾਮ ਨਿਰੰਜਨ ਹੋਏ। ਕਦੇ ਵੀ ਘਾਟਾ ਨਹੀਂ ਪੈਂਦਾ ਨਾਮ ਧਨ ਦੇ ਵਿੱਚ। ਦੁਨਿਆਵੀ ਧਨ ਦੇ ਵਿੱਚ ਸਾਧ ਸੰਗਤ ਜੀ ਹੋ ਸਕਦਾ ਤੁਹਾਨੂੰ ਕਦੀ ਲਾਸ ਹੋ ਜੇ, ਨੁਕਸਾਨ ਹੋ ਜੇ, ਤੁਹਾਡਾ ਧਨ ਜਿਹੜਾ ਉਹ ਚੋਰੀ ਹੋ ਜਾਵੇ ਜਾਂ ਗਵਾਚ ਜਾਵੇ ਜਾਂ ਉਹ ਡੀਮੋਨੇਟਾਈਜ਼ ਹੋ ਜਾਵੇ, ਭਾਵ ਉਸ ਨੂੰ ਸਰਕਾਰ ਬੰਦ ਕਰ ਦਵੇ। ਪਰ ਜਿਹੜਾ ਨਾਮ ਧਨ, ਪ੍ਰਭੂ ਦਾ ਨਾਮ ਧਨ, ਇਹ ਕਦੇ ਵੀ ਖਤਮ ਨਹੀਂ ਹੁੰਦਾ। ਇਹ ਹਮੇਸ਼ਾ ਜੁੜਦਾ ਹੀ ਰਹਿੰਦਾ। ਦੁਨਿਆਵੀ ਧਨ ਦੀ ਵੈਲਿਊ ਵੱਧਦੀ ਘਟਦੀ ਰਹਿੰਦੀ ਆ, ਪਰ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ। ਇਹ ਤਾਂ ਵੱਧਦਾ ਹੀ ਜਾਂਦਾ ਹੈ ਤੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਨਾਲ ਹੀ ਜਾਂਦਾ ਹੈ। ਸੰਤ ਜਨਾਂ ਸਿਉ ਸੰਗ ਪਾਈਐ ਵੱਡੇ ਪੁੰਨ। ਵੱਡੇ ਪੁੰਨ ਤੋਂ ਭਾਵ ਚੰਗੇ ਭਾਗਾਂ ਨਾਲ। ਅਜਿਹੇ ਗੁਰਮੁਖਾਂ ਦੀ ਸੰਗਤ ਬੜੇ ਚੰਗੇ ਭਾਗਾਂ ਦੇ ਨਾਲ ਮਿਲਦੀ ਹੈ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਆ ਜਿਹੜਾ ਉਹ ਸੁਣਦੇ ਹਨ। ਸਦਾ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਜਸ ਸੁਣਦੇ ਹਨ ਤੇ ਅੱਠੇ ਪੈਰ ਉਸ ਨੂੰ ਧਿਆਉਂਦੇ ਨੇ, ਸਿਮਰਦੇ ਨੇ, ਉਸ ਦਾ ਚਿੰਤਨ ਕਰਦੇ ਨੇ। ਮਨ ਮੇਰੇ ਹਰ ਹਰ ਨਿਰਮਲ ਧਿਆਏ। ਧਿਆ ਕੇ ਉਸ ਮਾਲਕ ਅਕਾਲ ਪੁਰਖ ਨੂੰ ਮਨ ਨਿਰਮਲ ਹੋ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਸਾਧ ਸੰਗਤ ਜੀ, ਉਹ ਅੱਠੇ ਪੈਰ ਪ੍ਰਭੂ ਦਾ ਜਸ ਵੀ ਜਿਹੜਾ ਉਹ ਸੁਣਦੇ ਨੇ। ਜਸ ਕੀ ਆ? ਇੱਜ਼ਤ ਮਾਨ ਸਨਮਾਨ ਦੀ ਵਡਿਆਈ, ਚੰਗਾ ਨਾਉ ਰਖਾਏ ਕਿ ਜਸ ਕੀਰਤ ਜਗ ਲੈ। ਵਡਿਆਈ ਕੀਰਤ ਸਿਫਤ ਸਲਾਹ ਜਿਹੜੀ ਮੁਖ ਤਾਕੋ ਜਸ ਰਸਨ ਬਖਾਨੇ, ਭਾਵ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦੇ ਨੇ, ਉਸ ਦਾ ਜਸ ਸੁਣਦੇ ਨੇ ਤੇ ਅਜਿਹੇ ਗੁਰਮੁਖਾਂ ਦੀ ਸੰਗਤ ਵੱਡੇ ਭਾਗਾਂ ਦੇ ਨਾਲ ਮਿਲਦੀ ਏ। ਪਾਤਸ਼ਾਹ ਕਿਰਪਾ ਰਹਿਮਤ ਬਖਸ਼ਿਸ਼ ਕਰਨ ਸਾਨੂੰ ਵੀ ਸਮੂਹ ਸੰਗਤਾਂ ਨੂੰ
ਅਜਿਹੇ ਗੁਰਮੁਖਾਂ ਦੇ ਲੜ ਲਾਉਣ, ਅਜਿਹੇ ਗੁਰਮੁਖਾਂ ਦੀ ਸੰਗਤ ਬਖਸ਼ਿਸ਼ ਕਰਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਰੋ ਕਿਰਪਾ ਰਹਿਮਤ ਬਖਸ਼ਿਸ਼ ਕਰੋ ਸਾਧ ਸੰਗਤ ਜੀ। ਦਾਸਰਿਆਂ ਤੋਂ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ